आयो शरण तुहारी। मिले सूख नाम हर सोबा, चिंता लाहे हमारी। बिलावल महला पंजवा। भूले मार्ग जिन्हें बताया, ऐसा गुर वडभागी पाया। सिमर मना राम नाम चितारे, वस रहे हृदय गुर चरण प्यारे। रहाओ काम क्रोध लोभ मोह मन लीना, बंधन काट मुक्त गुर कीना। दुख सुख करत जन्म फुन मुआ, चरण कमल गुर आश्रम दिया। अगन सागर बूढ़त संसारा, बाह पकर सतगुर निस्तारा। अगन सागर बूढ़त संसारा, नानक बाह पकर सतगुर निस्तारा। वालिए कुल आलम सरवरे कैनात, जुगो जुग अटल, चवर छतर तखत दे मालिक, गरीब नवाज सतगुरु धन धन गुरु ग्रंथ साहिब महाराज जी। सतगुरां दी पावन पवित्र हजूरी अंदर सवेर दे दीवाना दियां हाजरियां भर रहे गुरु सवारे वडभागे हाँ। साहब ने कृपा की सत संगत दियां घड़ियां बख्शियां ने। आओ सतगुर दी पावन बाणी नाल जुड़ गए। जो शब्द आपां सतगुर जियां दा मंगल रूप विच पढ़िया सुनिया है, पंचम गुरदेव धन गुरु अर्जन साहब महाराज जी की रसना तो उचारण किया होया बिलावल राग अंदर मुबारक अंक 803 4 सुभाईमान है। हजूर गुरु अर्जन साहब महाराज जो बख्शिश अज दे इस पावन वचन विच कीती है, आओ सतगुरां दी पावन विचार नाल जुड़ गए। सारे ही बड़ी एकाग्रता नाल सतगुरां नूं बाअदब सीस झुका के आखो जी वाहिगुरू जी का खालसा वाहिगुरू जी की फतेह। असीं जदों सतगुर जी कोल आउंदे आ, असीं जदों गुरु जी कोल आ के साहिबां दे दर्शन करदे आ ते हजूर इस गल ते बार बार जोर दिंदे ने कि हे मन
ਤੂੰ ਉਸ ਮਾਲਕ ਪਰਮੇਸ਼ਰ ਨੂੰ ਯਾਦ ਕਰ, ਉਹਨੂੰ ਸਿਮਰ, ਕਿਉਂਕਿ ਮਨ ਦੀ ਜਿਹੜੀ ਅਵਸਥਾ ਹੈ ਉਹਨੂੰ ਮਹਾਰਾਜ ਨੇ ਇੱਦਾਂ ਬਿਆਨ ਕੀਤਾ ਜਿਵੇਂ ਇੱਕ ਪੰਛੀ ਹੈ, ਤੇ ਪੰਛੀ ਜਿਸ ਰੁੱਖ ਤੇ ਜਾ ਕੇ ਬੈਠੇਗਾ ਉੱਦਾਂ ਦਾ ਫਲ ਉਹਨੂੰ ਉਸ ਰੁੱਖ ਤੋਂ ਖਾਣ ਵਾਸਤੇ ਮਿਲੇਗਾ। ਇਸੇ ਤਰ੍ਹਾਂ ਹਜ਼ੂਰ ਆਖਦੇ ਸੰਗਤ ਦਾ ਸਾਡੇ ਜੀਵਨ ਤੇ ਕਿੰਨਾ ਵੱਡਾ ਪ੍ਰਭਾਵ ਹੈ। ਜਦੋਂ ਅਸੀਂ ਰੋਜ਼ ਗੁਰੂ ਕੀ ਸੰਗਤ ਵਿੱਚ ਆਉਂਦੇ ਹਾਂ, ਜਦੋਂ ਅਸੀਂ ਰੋਜ਼ ਗੁਰੂ ਕੀ ਬਾਣੀ ਦਾ ਪਾਠ ਕਰਦੇ ਹਾਂ, ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਸੁਣਦੇ ਹਾਂ, ਉਹਦਾ ਸੁਭਾਵਿਕ ਹੈ ਪ੍ਰਭਾਵ ਸਾਡੇ ਮਨ ਤੇ ਪੈਂਦਾ। ਤੇ ਜਦੋਂ ਅਸੀਂ ਹੋਰ ਸੰਗਤ ਵਿੱਚ ਜਾ ਕੇ ਬੈਠਦੇ ਹਾਂ, ਉਹ ਵੀ ਪ੍ਰਭਾਵ ਸਾਡਾ ਮਨ ਕਬੂਲਦਾ ਹੈ। ਜਿੱਥੇ ਕਿਸੇ ਦੀ ਕੋਈ ਚੁਗਲੀ ਨਿੰਦਿਆ ਹੁੰਦੀ ਹੈ, ਜਿੱਥੇ ਕੋਈ ਬੇਈਮਾਨੀ ਦੀ ਗੱਲ ਹੁੰਦੀ ਹੈ, ਜਦੋਂ ਅਸੀਂ ਉਸ ਸੰਗਤ 'ਚ ਜਾ ਕੇ ਬੈਠਾਂਗੇ ਉਹ ਪ੍ਰਭਾਵ ਵੀ ਸਾਡਾ ਮਨ ਕਬੂਲੇਗਾ। ਕਬੀਰ ਮਨ ਪੰਖੀ ਭਇਓ, ਭਗਤ ਕਬੀਰ ਸਾਹਿਬ ਜੀ ਆਖਦੇ ਮਨ ਪੰਛੀ ਦੇ ਵਾਂਗਰ ਹੈ। ਉੱਡ ਉੱਡ ਦਹਿ ਦਿਸ਼ ਜਾਏ। ਸਰੀਰ ਕਰਕੇ ਅਸੀਂ ਭਾਵੇਂ ਇੱਥੇ ਬੈਠੇ ਹਾਂ, ਕਈ ਵਾਰ ਸਾਡਾ ਖਿਆਲ ਹੋਰ ਥਾਵਾਂ ਤੇ ਚਲਿਆ ਜਾਂਦਾ, ਹੋਰਨਾਂ ਰੁਝੇਵਿਆਂ ਵਿੱਚ, ਕੰਮਾਂ ਵਿੱਚ ਚਲੇ ਜਾਂਦਾ। ਆਖਦੇ ਮਨ ਪੰਛੀ ਵਾਂਗ ਦਸਾਂ ਦਿਸ਼ਾਵਾਂ ਵਿੱਚ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਕਦੇ ਕਿਸੇ ਥਾਂ ਤੇ ਚਲਿਆ ਗਿਆ, ਕਦੇ ਕਿਸੇ ਥਾਂ ਤੇ ਚਲਿਆ ਗਿਆ। ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਤੇ ਜਿੱਦਾਂ ਦੀ ਉੱਥੇ ਸੰਗਤ ਹੋਏਗੀ ਉੱਦਾਂ ਦਾ ਉਹਨੂੰ ਫਲ ਮਿਲੇਗਾ। ਇਹ ਜਿਹੜੇ ਉਪਰਾਲੇ ਕੀਤੇ ਜਾਂਦੇ ਕਿ ਸਾਡੇ ਬੱਚੇ ਗੁਰਦੁਆਰਾ ਸਾਹਿਬ ਆਉਣ, ਸੰਗਤ ਦਾ ਪ੍ਰਭਾਵ ਉਹਨਾਂ ਦੇ ਮਨ ਤੇ ਪਏਗਾ, ਉਹ ਬਾਣੀ ਨਾਲ ਜੁੜਨ, ਗੁਰੂ ਕੀ ਬਾਣੀ ਨਾਲ ਜੁੜਿਆ ਉਹ ਪ੍ਰਭਾਵ ਉਸ ਮਨ ਤੇ ਪੈਂਦਾ। ਹਜ਼ੂਰ ਜੀ ਦਾ ਇਹ ਸ਼ਬਦ ਸਾਡੇ ਜੀਵਨ ਅੰਦਰ ਵਸ ਜਾਏ, ਬੜਾ ਸੌਖਿਆਂ ਕਰਕੇ ਮਹਾਰਾਜ ਨੇ ਸਮਝਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ। ਹੇ ਮਨ ਸਿਮਰ। ਕੀ ਹੋਏਗਾ ਸਿਮਰਨ ਕਰਨ ਨਾਲ? ਯਾਦ ਕਰਨ ਨਾਲ ਕੀ ਹੋਏਗਾ? ਤਾਂ ਅਸੀਂ ਇਹ ਬਚਨ ਪੜ੍ਹਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰ ਦੀ ਸੁੱਖ ਮਿਲਦਾ। ਜਿਵੇਂ ਜਿਵੇਂ ਤੈਨੂੰ ਯਾਦ ਕਰੀਏ ਤੁਧ ਚਿਤ ਆਏ ਮਹਾ ਆਨੰਦਾ। ਅਸੀਂ ਚੇਤੇ 'ਚ ਤੇ ਹੋਰ ਕੁਝ ਵੀ ਬਹੁਤ ਰੱਖਦੇ ਹਾਂ। ਅਸੀਂ ਕਿੰਨੀਆਂ ਕਿੰਨੀਆਂ ਦੂਸਰਿਆਂ ਦੀਆਂ ਕਮੀਆਂ ਤੇ ਔਗਣ ਆਪਣੇ ਚੇਤੇ 'ਚ ਰੱਖ ਲੈਂਦੇ ਹਾਂ, ਪਰ ਉਹ ਸਾਨੂੰ ਰਸ ਦਿੰਦਾ, ਕਿਉਂਕਿ ਅਸੀਂ ਉਸ ਰਸ ਵਿੱਚ ਪਏ ਹੁੰਦੇ ਹਾਂ। ਜਿਹੜੇ ਗੁਰੂ ਕੇ ਸਨਮੁਖ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਰਸ ਗੁਰੂ ਕੀ ਬਾਣੀ ਵਿੱਚੋਂ ਆਉਂਦਾ, ਉਹਨਾਂ ਨੂੰ ਰਸ ਯਾਦ ਕਰਨ ਵਿੱਚ ਆਉਂਦਾ। ਇਸ ਕਰਕੇ ਆਖਿਆ ਤੁਧ ਚਿਤ ਆਏ ਮਹਾ ਆਨੰਦਾ। ਸਾਹਿਬ ਤੋਂ ਚੇਤੇ ਵਿੱਚ ਆਵੇ ਬੜਾ ਆਨੰਦ ਬਣਦਾ ਹੈ। ਜਿਸ ਵਿਸਰੈ ਸੋ ਮਰ ਜਾਏ। ਤੇ ਜਦੋਂ ਤੂੰ ਮੈਨੂੰ ਭੁੱਲਦਾ ਵਿਸਰਦਾ ਉਸ ਵਕਤ ਮੇਰੀ ਮੌਤ ਹੈ। ਬੜੇ ਪਿਆਰ ਨਾਲ ਗੁਰੂ ਕਾ ਸਿੱਖ ਖਲੋਤਾ ਹੋਇਆ
ਉਹ ਗੁਰੂ ਵੱਲ ਵੇਖ ਰਿਹਾ। ਕਦੇ ਐਸੀ ਭਾਵਨਾ ਸਾਡੇ ਵਿੱਚ ਦਰਸ਼ਨਾਂ ਦੀ ਆਵੇ, ਕਦੇ ਐਸੀ ਤਾਂਘ ਬਣੇ ਜਦੋਂ ਕਿਤੇ ਅਸੀਂ ਗੁਰੂ ਨੂੰ ਨਿਹਾਰੀਏ, ਗੁਰੂ ਨੂੰ ਵੇਖੀਏ, ਗੁਰੂ ਕੇ ਕੋਲ ਬੈਠੀਏ, ਬੜੀ ਭਾਵਨਾ ਨਾਲ, ਬੜੀ ਇਕਾਗਰਤਾ ਨਾਲ ਉਹ ਸਤਿਗੁਰਾਂ ਵੱਲ ਵੇਖ ਰਿਹਾ। ਤੇ ਜਦੋਂ ਗੁਰੂ ਨੇ ਆਪਣੇ ਸਿੱਖ ਵੱਲ ਵੇਖਿਆ, ਜਦੋਂ ਸਤਿਗੁਰਾਂ ਨੇ ਆਪਣੇ ਸਿੱਖ ਦੇ ਚਿਹਰੇ ਵੱਲ ਵੇਖਿਆ, ਤਾਂ ਹਜ਼ੂਰ ਨੇ ਆਪਣੀ ਰਸਨਾ ਤੋਂ, ਆਪਣੇ ਮੁਖਾਰਬਿੰਦ ਤੋਂ ਇਹ ਬਚਨ ਆਖਿਆ, ਸਭ ਕਹਿੰਦੇ ਕੀ ਪੈ ਵੇਖਦੇ ਹੋ। ਆਖਦਾ ਮਹਾਰਾਜ ਤੁਹਾਡੇ ਦਰਸ਼ਨਾਂ 'ਚ ਆਨੰਦ ਹੀ ਬਹੁਤ ਹੈ। ਤੁਸੀਂ ਚੱਲਣ ਦੀ ਤਿਆਰੀ ਕਰ ਰਹੇ ਹੋ ਤੇ ਮੇਰੇ ਮਨ ਵਿੱਚ ਖਿਆਲ ਆ ਰਿਹਾ, ਕਿਹਦੇ ਦਰਸ਼ਨ ਕਰਿਆ ਕਰੇਗਾ। ਇਹ ਵੇਖਣ ਵਾਲਾ ਪੀਰ ਬੁੱਧੂ ਸ਼ਾਹ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿਆਰੀ ਕਰ ਰਹੇ। ਮਹਾਰਾਜ ਆਪਣੇ ਕੇਸਾਂ 'ਚ ਕੰਘਾ ਕਰ ਰਹੇ ਨੇ। ਹਜ਼ੂਰ ਨੇ ਦਸਤਾਰਾਂ ਸਜਾਇਆ। ਜਦੋਂ ਪੀਰ ਨੇ ਹੱਥ ਜੋੜੇ ਤੇ ਮਹਾਰਾਜ ਨੇ ਫਿਰ ਇੱਕ ਬਚਨ ਆਖਿਆ। ਹਜ਼ੂਰ ਕਹਿਣ ਲੱਗੇ ਤੁਹਾਡੀ ਸੇਵਾ ਬਹੁਤ ਹੈ। ਆਖਣ ਲੱਗਾ ਜੀ ਸਤਿਗੁਰੂ ਜੀ ਮੈਂ ਇਸ ਪਾਏ ਨਹੀਂ ਕਿ ਮੈਂ ਕੋਈ ਤੁਹਾਡੀ ਸੇਵਾ ਕਰ ਸਕਾਂ, ਮੇਰੀ ਕੋਈ ਇਹ ਸਮਰੱਥਾ ਨਹੀਂ ਕਿ ਮੈਂ ਕੋਈ ਤੁਹਾਡੀ ਸੇਵਾ ਕਰ ਸਕਾਂ। ਵੇਖੋ ਬਹੁਤੀ ਵਾਰ ਹੁੰਦਾ ਨਾ ਐਸਾ ਕਿ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਜੇ ਅਸੀਂ ਕੋਈ ਤਿਲ ਫੁੱਲ ਭੇਟਾ ਕੀਤਾ ਤੇ ਉਹਦਾ ਜ਼ਿਕਰ ਹੋਣਾ ਚਾਹੀਦਾ। ਭੰਗਾਣੀ ਦੀ ਜੰਗ ਵਿੱਚ ਇੰਨੇ ਮਰੀਦ ਸ਼ਹੀਦ ਕਰਵਾਏ, ਪੁੱਤਰ ਸ਼ਹੀਦ ਕਰਵਾਏ, ਆਪਣੇ ਭੈਣ ਦੇ ਪੁੱਤਰ ਸ਼ਹੀਦ ਕਰਵਾਏ ਪੀਰ ਬੁੱਧੂ ਸ਼ਾਹ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਸੇਵਾ ਬਹੁਤ ਹੈ ਤੁਹਾਡੀ। ਆਖਿਆ ਮਹਾਰਾਜ ਮੈਂ ਕੌਣ ਹੁੰਦਾ ਸੇਵਾ ਕਰਨ ਵਾਲਾ। ਹਜ਼ੂਰ ਨੇ ਅਗਲਾ ਬਚਨ ਆਖਿਆ। ਮਹਾਰਾਜ ਕਹਿਣ ਲੱਗੇ ਜੋ ਕਹੋਗੇ ਤੁਹਾਨੂੰ ਦੇ ਦਿਆਂਗੇ, ਮੰਗੋ। ਜਦੋਂ ਗੁਰੂ ਤੁਰ ਉੱਠਦਾ ਹੈ, ਗੁਰੂ ਰਹਿਮਤ ਦੇ ਘਰ ਵਿੱਚ ਆਉਂਦਾ, ਸਾਹਿਬ ਸਾਡੀਆਂ ਝੋਲੀਆਂ ਬਖਸ਼ਿਸ਼ਾਂ ਨਾਲ ਭਰਦਾ, ਸਾਨੂੰ ਉਹਦੇ ਕੋਲੋਂ ਮੰਗਣਾ ਆਉਣਾ ਚਾਹੀਦਾ ਹੈ, ਸਾਨੂੰ ਉਹਦੇ ਦਰਸ਼ਨ ਕਰਨੇ ਆਉਣੇ ਚਾਹੀਦੇ ਨੇ। ਆਖਣ ਲੱਗਾ ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ। ਕਦੀ ਵੀ ਐਸਾ ਦਿਨ ਨਾ ਹੋਵੇ ਜਦੋਂ ਤੱਕ ਇਸ ਜੀਵਨ 'ਚ ਸਵਾਸ ਚੱਲਣੇ ਨੇ, ਕੋਈ ਵੀ ਐਸਾ ਦਿਨ ਨਾ ਹੋਵੇ ਜਦੋਂ ਤੁਹਾਡੇ ਮੈਂ ਦਰਸ਼ਨ ਨਾ ਕਰਾਂ। ਤੁਸੀਂ ਤਿਆਰੀ ਕਰ ਰਹੇ ਹੋ, ਕਿਰਪਾ ਕਰੋ ਤੁਸੀਂ ਮੈਨੂੰ ਇਹ ਆਪਣਾ ਕੰਘਾ ਕੇਸਾਂ ਸਮੇਤ ਬਖਸ਼ ਦਿਓ। ਬੜੀ ਕੀਮਤ ਹੈ ਇਹਨਾਂ ਕਕਾਰਾਂ ਦੀ, ਇਹਨਾਂ ਕੇਸਾਂ ਦੀ। ਉਹ ਜਾਣਦਾ ਜਿਹੜਾ ਇਸ ਗੱਲ ਨੂੰ ਮਹਿਸੂਸ ਕਰਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤੇ ਅਸੀਂ ਇਹ ਬਚਨ ਪੜ੍ਹਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ। ਸਵਾਸ ਚਲੇ ਜਾਣ ਕੋਈ ਗੱਲ ਨਹੀਂ, ਤੁਸੀਂ ਕਿਰਪਾ ਕਰੋ ਇਹ ਕੰਘਾ ਤੇ ਇਹਦੇ ਅੰਦਰ ਜਿਹੜੇ ਤੁਹਾਡੇ ਪਾਵਨ ਕੇਸ ਨੇ ਸਤਿਗੁਰੂ ਜੀ ਬਖਸ਼ ਦਿਓ। ਹਜ਼ੂਰ ਨੇ ਉਹ ਕੰਘਾ ਤੇ ਕੇਸ ਪੀਰ ਜੀ ਨੂੰ ਬਖਸ਼ੇ, ਨਾਲ ਇੱਕ ਕਟਾਰ ਦਿੱਤੀ।
ਆਖਿਆ ਰੋਜ਼ ਦਰਸ਼ਨ ਹੋਣਗੇ। ਤੇ ਕੀ ਉਹ ਦਾਤਾਂ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੀਰ ਜੀ ਨੂੰ ਬਖਸ਼ੀਆਂ ਨੇ? ਸਾਨੂੰ ਵੀ ਤੇ ਮਹਾਰਾਜ ਨੇ ਕੰਘਾ ਬਖਸ਼ਿਆ, ਸਾਨੂੰ ਵੀ ਤੇ ਕੇਸ ਬਖਸ਼ੇ, ਸਾਨੂੰ ਵੀ ਤੇ ਸ਼ਸਤਰ ਬਖਸ਼ੇ ਨੇ ਨਾ। ਜੇ ਅਸੀਂ ਉਸ ਪਿਆਰੇ ਦੇ ਉਹ ਬਾਜਾਂ ਵਾਲੇ ਮਾਈ ਦੇ ਦਰਸ਼ਨ ਕਰਨੇ ਨੇ, ਸਾਨੂੰ ਵੀ ਤੇ ਉਹਨੇ ਇਹ ਦਾਤਾਂ ਦੇ ਕੇ ਨਵਾਜਿਆ ਹੈ, ਸਾਨੂੰ ਵੀ ਤੇ ਇਹ ਦਾਤਾਂ ਬਖਸ਼ੀਆਂ ਨੇ ਨਾ, ਤਾਂ ਕਿ ਅਸੀਂ ਉਹਨੂੰ ਯਾਦ ਰੱਖੀਏ, ਰੋਜ਼ ਚੇਤੇ ਕਰੀਏ। ਅਸੀਂ ਰੋਜ਼ ਇਹ ਯਾਦ ਰੱਖੀਏ ਅਸੀਂ ਉਸ ਬਾਦਸ਼ਾਹ ਦਰਵੇਸ਼ ਦੇ ਪੁੱਤਰ ਹਾਂ। ਤੇ ਜਦੋਂ ਅਸੀਂ ਉਹਨੂੰ ਯਾਦ ਕਰਾਂਗੇ ਫਿਰ ਸਾਨੂੰ ਸਮਝ ਪਏਗੀ ਕਿ ਜੀਵਨ ਅੰਦਰ ਇਸ ਸੰਗਤ ਦੀ, ਇਹਨਾਂ ਦਰਸ਼ਨਾਂ ਦੀ ਕਿੰਨੀ ਵੱਡੀ ਕਰਾਮਾਤ ਹੈ, ਕਿੰਨੀਆਂ ਬਰਕਤਾਂ ਨੇ ਇਹਦੇ ਅੰਦਰ। ਫਿਰ ਅਸੀਂ ਉਹਨੂੰ ਯਾਦ ਰੱਖਾਂਗੇ। ਜਦੋਂ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਦੀ ਸ਼ਹਾਦਤ ਹੁੰਦੀ ਹੈ, ਪਿਓ ਪੁੱਤਰ ਨੂੰ ਵੱਖਰੇ ਵੱਖਰੇ ਕੈਦ ਕੀਤਾ ਹੋਇਆ, ਉਸ ਵਕਤ ਕਾਜ਼ੀ ਜਾ ਕੇ ਉਹਨਾਂ ਨੂੰ ਪੁੱਛਦਾ, ਆਖਦਾ ਤੁਹਾਡਾ ਪੁੱਤਰ ਬਚ ਜਾਏਗਾ, ਤੁਸੀਂ ਇਸਲਾਮ ਕਬੂਲ ਕਰ ਲਓ। ਤੇ ਇਹ ਜ਼ਿਕਰ ਮਿਲਦਾ ਕਿ ਜਦੋਂ ਇਹ ਗੱਲ ਉਹਨਾਂ ਤੱਕ ਪਹੁੰਚਦੀ ਹੈ ਤੇ ਕਿੰਨੀ ਵੱਡੀ ਕਰਾਮਾਤ ਹੈ। ਸਰਦਾਰ ਰਤਨ ਸਿੰਘ ਭੰਗੂ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਇਹਦਾ ਜ਼ਿਕਰ ਕੀਤਾ। ਹਮ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਸਾਡੇ ਕਰਕੇ ਉਹਨੇ ਆਪਣਾ ਪਰਿਵਾਰ ਵਾਰਿਆ। ਉਹ ਆਖਣ ਲੱਗੇ ਅਸੀਂ ਕੁੱਲ ਰੱਖੀਏ, ਸਾਨੂੰ ਕੌਣ ਚੰਗਾ ਕਹੇਗਾ। ਸਿਮਰ ਮਨਾ ਰਾਮ ਨਾਮ ਚਿਤਾਰੇ, ਆਖਣ ਲੱਗੇ ਸਿਮਰ ਉਹਨੂੰ ਚੇਤੇ ਕਰ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾਓ। ਗੁਰੂ ਦੇ ਪਿਆਰੇ ਚਰਨ ਹਿਰਦੇ 'ਚ ਵਸੇ ਹੋਏ ਨੇ। ਗੁਰੂ ਦੇ ਪਿਆਰੇ ਚਰਨ ਹਿਰਦੇ 'ਚ ਵਸੇ ਨੇ। ਤੇ ਹਜ਼ੂਰ ਨੂੰ ਪੁੱਛਿਆ, ਮਹਾਰਾਜ ਇੱਥੇ ਤੇ ਲੋਕ ਤੇਰੇ ਚਰਨਾਂ ਨੂੰ ਛੱਡ ਕੇ ਪਤਾ ਨਹੀਂ ਕਿਹਦੇ ਕਿਹਦੇ ਚਰਨਾਂ 'ਚ ਪੈਂਦੇ ਨੇ, ਤੂੰ ਸਮਝਾ ਤੇ ਸਹੀ, ਇਹ ਤੇਰੇ ਚਰਨ ਹਿਰਦੇ 'ਚ ਕਿਵੇਂ ਵਸਦੇ ਨੇ। ਇੱਥੇ ਤੇ ਸੰਸਾਰ ਦੇ ਲੋਕ ਬਾਹਰੀ ਪੈਰਾਂ 'ਤੇ ਡਿੱਗਦੇ ਨੇ, ਜਿਹੜਾ ਵੇਖ ਲੈਣ ਆਖਣ ਜੀ ਇਹਦੇ ਵਰਗਾ ਤੇ ਮਰਾਤਬਾ ਹੀ ਕਿਸੇ ਦਾ ਉੱਚਾ ਨਹੀਂ। ਪਤਾ ਨਹੀਂ ਕਿੰਨੀਆਂ ਕਿੰਨੀਆਂ ਥਾਵਾਂ 'ਤੇ ਝੁਕਦੇ ਨੇ। ਤਾਂ ਮਹਾਰਾਜ ਇਹ ਕਿਰਪਾ ਕੀਤੀ, ਗੁਰੂ का ਜਿਹੜਾ ਸ਼ਬਦ ਹੈ ਉਹ ਗੁਰੂ का ਚਰਨ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਰ। ਹਿਰਦੇ ਵਿੱਚ ਗੁਰੂ का ਸ਼ਬਦ ਟਿਕ ਜਾਏ, ਉਹ ਸਾਡਾ ਪਾਰ ਉਤਾਰਾ ਕਰ ਦੇਗਾ। ਮਹਾਰਾਜ ਨੇ ਕਿਰਪਾ ਕੀਤੀ, ਸਾਡੀ ਜ਼ੁਬਾਨ ਤੇ ਗੁਰੂ ਕੇ ਬਚਨ ਚੜ੍ਹ ਜਾਣ। ਸਾਰਿਆਂ ਨੇ ਇਕਾਗਰਤਾ ਬਖਸ਼ਣੀ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ। ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ।
ਇਹ ਵੱਡੇ ਭਾਗਾਂ ਨਾਲ ਅਸੀਂ ਐਸੇ ਗੁਰੂ ਕੀ ਸੰਗਤ ਵਿੱਚ ਆਏ, ਜਿਸ ਸਤਿਗੁਰ ਨੇ ਸਾਨੂੰ ਭੁੱਲਿਆਂ ਹੋਇਆਂ ਨੂੰ ਮਾਰਗ ਤੇ ਰਾਹ ਤੇ ਪਾਇਆ। ਤੇ ਅਸੀਂ ਰੋਜ਼ ਥਿੜਕਦੇ ਹਾਂ, ਰੋਜ਼ ਭੁੱਲਣਹਾਰ ਹਾਂ। ਇਸ ਕਰਕੇ ਅਸੀਂ ਸੰਗਤ ਵੀ ਰੋਜ਼ ਕਰੀਏ, ਸਾਡੀ ਸੰਗਤ ਵੀ ਰੋਜ਼ ਦੀ ਹੋਵੇ। ਤੇ ਮਾਫ਼ ਕਰਨਾ, ਅਸੀਂ ਇਹ ਸਮਝਦੇ ਹਾਂ ਕਿ ਸ਼ਾਇਦ ਅਸੀਂ ਜੇ ਗੁਰੂ ਕੋਲ ਨਹੀਂ ਗਏ ਤਾਂ ਅਸੀਂ ਆਖਾਂਗੇ ਜੀ ਭਾਗਾਂ ਵਿੱਚ ਨਹੀਂ ਸੀ। ਪਰ ਸਤਿਗੁਰਾਂ ਨੇ ਤੇ ਸਾਡੇ ਭਾਗ ਕਿੰਨੇ ਉਚੇਰੇ ਕੀਤੇ ਨੇ। ਆਖਿਆ ਗੁਰਸਿੱਖਾਂ ਦੇ ਤੇ ਭਾਗ ਹੀ ਬੜੇ ਵੱਡੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਦੀ ਬੰਦਗੀ ਬਖਸ਼ਿਸ਼ ਕੀਤੀ ਹੈ, ਉਹਨਾਂ ਤੋਂ ਵੱਡੇ ਭਾਗ ਹੋਰ ਕਿਹਦੇ ਹੋਣਗੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਮਹਾਰਾਜ ਨੇ ਆਖਿਆ ਭਾਗਾਂ ਤੋਂ ਬਿਨਾਂ ਸੰਗਤ ਨਹੀਂ ਲੱਭਦੀ। ਤੇ ਜੇ ਅਸੀਂ ਸੰਗਤ ਤੋਂ ਵਾਂਝੇ ਹਾਂ, ਫਿਰ ਸਮਝ ਲਈਏ ਸਾਡੇ ਜੀਵਨ ਵਿੱਚੋਂ ਮੈਲ ਭਰਦੀ ਹੈ। ਕਿਉਂਕਿ ਬੰਦਾ ਕਿਤੇ ਨਾ ਕਿਤੇ ਤੇ ਧਿਆਨ ਵਿੱਚ ਕੋਈ ਨਾ ਕੋਈ ਤੇ ਗੱਲ ਆਏਗੀ ਨਾ। ਤੇ ਜੇ ਇਸੇ ਸੁਰਤ ਅੰਦਰ ਗੁਰੂ ਕੇ ਸ਼ਬਦ ਦਾ ਟਿਕਾ ਹੁੰਦਾ, ਫਿਰ ਉਹ ਭਾਗ ਬਣਦੇ ਨੇ, ਫਿਰ ਉਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਪਰ ਜੇ ਅਸੀਂ ਗੁਰੂ ਕੀ ਸੰਗਤ ਤੋਂ ਵਾਂਝੇ ਹਾਂ ਤੇ ਇਹ ਗੱਲ ਸਮਝ ਲਈਏ, ਜਿਵੇਂ ਕੋਈ ਮਾਂ ਪੁੱਤਰ ਆਪਣੇ ਧੀਆਂ ਪੁੱਤਰਾਂ ਨੂੰ ਪਾਲਦਾ ਨਾ, ਤੇ ਉਸ ਮਾਂ ਕੋਲੋਂ ਪੁੱਛੀਏ ਤੇਰਾ ਪੁੱਤਰ ਆਗਿਆਕਾਰ ਨਹੀਂ, ਤਾਂ ਉਹ ਇਹ ਗਿਲਾ ਕਰੇਗੀ ਕਿ ਮੈਂ ਹਰ ਇੱਕ ਰੀਝ ਇਹਦੀ ਪੂਰੀ ਕੀਤੀ ਹੈ, ਭਾਵੇਂ ਬੜੀਆਂ ਤੰਗੀਆਂ ਤੁਰਸ਼ੀਆਂ ਚੱਲੀਆਂ, ਪਰ ਇਹਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ। ਜੇ ਅੱਜ ਇਹ ਕਹਿਣੇ ਵਿੱਚ ਨਹੀਂ ਤੇ ਇਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਜਾਵੇ। ਹੁਣ ਸਾਡੇ ਨਾਲ ਵੀ ਇਸੇ ਤਰ੍ਹਾਂ ਵਾਪਰਦਾ। ਜਿਸ ਪਿਆਰੇ ਨੇ ਸਾਨੂੰ ਇਹ ਸੰਸਾਰਕ ਜੀਵਨ ਬਖਸ਼ਿਸ਼ ਕੀਤਾ, ਸਾਨੂੰ ਖਾਣ ਹੰਡਾਉਣ ਵਾਸਤੇ ਇੰਨੇ ਪਦਾਰਥ ਦਿੱਤੇ ਨੇ, ਜੇ ਅਸੀਂ ਉਹਨੂੰ ਯਾਦ ਨਾ ਕਰੀਏ, ਜਿਵੇਂ ਉਸ ਮਾਂ ਨੇ ਕਹਿ ਦਿੱਤਾ ਨਾ ਕਿ ਇਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਤੁਰਿਆ ਫਿਰੇ, ਤੇ ਉਸ ਮਾਲਕ ਦੇ ਵੀ ਇਹ ਸ਼ਬਦ ਹੋਣਗੇ ਸਾਡੇ ਪ੍ਰਤੀ ਕਿ ਇਹਨੂੰ ਸਾਰਾ ਕੁਝ ਦਿੱਤਾ, ਜਿਹਦੇ ਕੋਲ ਸ਼ੁਕਰਾਨਾ ਨਹੀਂ, ਫਿਰ ਇਹ ਜਿੱਥੇ ਮਰਜ਼ੀ ਤੁਰਿਆ ਫਿਰੇ। ਅਸੀਂ ਇਹ ਸਮਝਦੇ ਕਿ ਸ਼ਾਇਦ ਅਸੀਂ ਆਪ ਨਹੀਂ ਆਉਂਦੇ, ਪਰ ਅਸਲ ਵਿੱਚ ਅਸੀਂ ਯਤਨ ਨਹੀਂ ਕਰਦੇ। ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਉਣ ਦਾ ਉਪਰਾਲਾ ਕਰਾਂਗੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ ਤੇ। ਸਤਿਗੁਰੂ ਕਰੋੜਾਂ ਪੈਂਡੇ ਅੱਗੇ ਤੁਰ ਕੇ ਆਉਂਦੇ ਨੇ, ਕਿਉਂਕਿ ਅਸੀਂ ਇੱਕ ਕਦਮ ਗੁਰੂ ਵੱਲ ਪੁੱਟਿਆ। ਸਤਿਗੁਰੂ ਜੀ ਅਸੀਂ ਭੁੱਲੇ ਹੋਏ ਹਾਂ, ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਵੱਡੇ ਭਾਗ ਨੇ ਸਾਨੂੰ ਐਸੇ ਗੁਰੂ ਦੀ ਪ੍ਰਾਪਤੀ ਹੋਈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਇਹ ਜਿਹੜਾ ਮਨ ਹੈ, ਇਹਨਾਂ ਵਿਕਾਰਾਂ ਵਿੱਚ ਮਹਾਰਾਜ ਕਹਿੰਦੇ ਪਿਆ ਰਹਿੰਦਾ ਹੈ। ਕਾਮ ਵਿੱਚ, ਕਾਮਨਾ 'ਚ, ਕ੍ਰੋਧ ਵਿੱਚ ਕ੍ਰੋਧੀ ਹੋਇਆ, ਇਹ ਕਿਸੇ ਨਾ ਕਿਸੇ ਲੋਭ ਵਿੱਚ ਲੱਗਾ ਰਹਿੰਦਾ, ਕਿਸੇ ਨਾ ਕਿਸੇ ਮੋਹ ਵਿੱਚ ਲੱਗਾ ਹੋਇਆ ਹੈ। ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਸਾਹਿਬ ਨੇ ਸਾਡੇ ਬੰਧਨ ਕੱਟੇ, ਸਾਨੂੰ ਮੁਕਤ ਕਰ ਦਿੱਤਾ। ਤੇ ਜਿਹੜੇ ਉਹਦੇ ਪਿਆਰੇ ਨੇ ਨਾ, ਤੇ ਉਹਨੂੰ ਆਖਦੇ, ਸਾਹਿਬ ਜੇ ਤੂੰ ਸਾਨੂੰ ਮੁਕਤੀ ਦੇਣੀ ਹੈ ਤੇ ਜਿਉਂਦੇ ਜੀ ਬਖਸ਼।
ਇੱਥੇ ਲੋਕ ਮਰਿਆਂ ਤੋਂ ਬਾਅਦ ਕਹਿੰਦੇ ਨੇ ਮੁਕਤ ਹੋ ਜਾਈਏ, ਪਰ ਸਾਹਿਬ ਜੇ ਤੂੰ ਕਿਰਪਾ ਕਰਨੀ ਹੈ ਤੇ ਸਾਨੂੰ ਜਿਉਂਦਿਆਂ ਨੂੰ ਮੁਕਤੀ ਦੇ, ਕਿਉਂਕਿ ਮਰਨ ਤੋਂ ਬਾਅਦ ਕਿਹਨੇ ਵੇਖਣੀ ਹੈ? ਕੋਈ ਕਿਸੇ ਨਾਲ ਗਿਆ, ਕਿਸੇ ਨੇ ਉੱਥੋਂ ਆ ਕੇ ਦੱਸਿਆ ਕਿ ਅਸੀਂ ਮੁਕਤ ਹੋ ਗਏ ਹਾਂ, ਪਰ ਇੱਥੇ ਜਿਉਂਦੇ ਜੀ ਤੇ ਵੇਖਣ ਵਾਲੇ ਹੈ ਨਾ ਕਿ ਅਸੀਂ ਕਿੰਨਾ ਕੁ ਮੁਕਤ ਹਾਂ, ਅਸੀਂ ਇਸ ਪਕੜ ਤੋਂ ਕਿੰਨਾ ਕੁ ਬਾਹਰੀ ਹਾਂ। ਇੱਥੇ ਤੇ ਸਾਨੂੰ ਵੇਖਦੇ ਨੇ ਨਾ ਲੋਕ, ਇੱਥੇ ਤੇ ਭਗਤਾਂ ਦੀ ਪਿਆਰਿਆਂ ਦੀ ਪਹਿਚਾਣ ਹੁੰਦੀ ਹੈ ਨਾ। ਤੇ ਇਹ ਅਰਦਾਸ ਕੀਤੀ, ਸਾਹਿਬ ਕਿਰਪਾ ਕਰ ਸਾਨੂੰ ਮੁਕਤੀ ਬਖਸ਼ ਦੇ। ਤੇ ਇਹ ਉਹਦੀ ਉਸਤਤ ਵਿੱਚ ਹੀ ਮਿਲਦੀ ਹੈ। ਜੈ ਜੈਕਾਰ ਕਰੇ ਸਭ ਉਸਤਤ, ਜੈ ਜੈਕਾਰ ਕਰੇ ਸਭ ਉਸਤਤ। ਸੰਗਤ ਸਾਧ ਪਿਆਰੀ, ਸੰਗਤ ਸਾਧ ਪਿਆਰੀ। ਸਦ ਬਲਿਹਾਰ ਜਾਉ ਪ੍ਰਭ ਆਪਣੇ, ਸਦ ਬਲਿਹਾਰ ਜਾਉ ਪ੍ਰਭ ਆਪਣੇ। ਜਿਨ ਪੂਰਨ ਪੈਜ ਸਵਾਰੀ, ਜਿਨ ਪੂਰਨ ਪੈਜ ਸਵਾਰੀ। ਆਖਿਆ ਅਸੀਂ ਤੇਰੀ ਉਸਤਤ ਕਰੀਏ, ਤੇਰੀ ਪਿਆਰੀ ਸੰਗਤ ਬਣੀਏ, ਤੇ ਐਸੇ ਪਰਮੇਸ਼ਰ ਮਾਲਕ ਤੋਂ ਬਲਿਹਾਰੇ ਜਾਈਏ ਜਿਸ ਨੇ ਸਾਡੀ ਪੂਰਨ ਪੈਜ ਸਵਾਰੀ ਹੋਈ ਹੈ, ਜਿਸ ਮਾਲਕ ਨੇ ਇਹ ਕਿਰਪਾ ਕੀਤੀ, ਸਾਡੀ ਪੈਜ ਸਵਾਰ ਦਿੱਤੀ ਹੈ। ਤੇ ਇਹ ਗੱਲ ਸਾਡੇ ਚੇਤੇ ਵਿੱਚ ਰਵੇ, ਜਿੰਨਾ ਅਸੀਂ ਗੁਰੂ ਕੀ ਬਾਣੀ ਦੇ ਨੇੜੇ ਹੋਵਾਂਗੇ ਉਹਨਾਂ ਅਸੀਂ ਸੁਰਤ ਕਰਕੇ ਹੋਰ ਜਿਹੜੀਆਂ ਸੰਸਾਰਿਕ ਪਰੇਸ਼ਾਨੀਆਂ ਨੇ ਉਹਨਾਂ ਤੋਂ ਮੁਕਤ ਹੋਵਾਂਗੇ, ਉਹਨਾਂ ਅਸੀਂ ਚਿੰਤਾਵਾਂ ਤੋਂ ਰਹਿਤ ਹੋਵਾਂਗੇ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਦੋਂ ਬਾਣੀ ਧੁਰ ਅੰਤਰ ਆਈ ਸਾਰੀਆਂ ਚਿੰਤਾਵਾਂ ਮਿਟ ਗਈਆਂ। ਤੇ ਇਹ ਗੌਰ ਕਰੀਏ, ਅਸੀਂ ਤੇ ਨਿੱਕੀਆਂ ਨਿੱਕੀਆਂ ਚਿੰਤਾਵਾਂ ਵਿੱਚ ਉਲਝੇ ਰਹਿੰਦੇ ਹਾਂ। ਅਸੀਂ ਨਿੱਕੇ ਨਿੱਕੇ ਦੁੱਖਾਂ ਨੂੰ ਸਮਝਦੇ ਹਾਂ ਬਹੁਤ ਵੱਡੇ ਨੇ, ਪਰ ਜਿਨ੍ਹਾਂ ਗੁਰੂ ਪਿਆਰਿਆਂ ਨੇ ਇੰਨੇ ਤਸੀਹੇ ਝੱਲੇ ਨੇ, ਉਹਨਾਂ ਨੇ ਸਾਨੂੰ ਇਹ ਦ੍ਰਿੜਤਾ ਬਖਸ਼ਿਸ਼ ਕੀਤੀ ਹੈ ਕਿ ਇਹ ਤੇ ਅਸੀਂ ਆਪਣੇ ਸਵਾਰਥ ਤੇ ਸੰਸਾਰਿਕ ਚਿੰਤਾਵਾਂ ਵਿੱਚ ਉਲਝੇ ਹੋਏ ਹਾਂ। ਵੇਖੋ, ਜਿਨ੍ਹਾਂ ਨੇ ਸੱਚ ਦੇ ਪਹਿਰਾ ਦਿੱਤਾ, ਜਿਨ੍ਹਾਂ ਨੇ ਦ੍ਰਿੜਤਾ ਨਾਲ ਸੱਚਾਈ ਨੂੰ ਜੀਵਿਆ, ਕਿੰਨੇ ਕਿੰਨੇ ਤਸੀਹੇ ਤੇ ਕਸ਼ਟ ਉਹਨਾਂ ਨੇ ਆਪਣੇ ਜੀਵਨ ਵਿੱਚ ਸਹਾਰੇ, ਪਰ ਫਿਰ ਵੀ ਉਹ ਅਡੋਲ ਰਹੇ। ਉਹਦਾ ਕਾਰਨ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਹੰਡੋਲੇ। ਕਿਉਂਕਿ ਬਾਣੀ ਅੰਦਰ ਇਹ ਸਮਰੱਥਾ ਤਾਕਤ ਹੈ ਜੋ ਸਾਨੂੰ ਬਾਰ-ਬਾਰ ਇਹ ਸਮਝਾਉਂਦੀ ਹੈ, ਜੋ ਆਪ ਅਡੋਲ ਹੈ ਤੇ ਸਾਨੂੰ ਵੀ ਇਹ ਬਖਸ਼ਿਸ਼ ਰੂਪ ਵਿੱਚ ਦਾਤ ਨਵਾਜ਼ਦੀ ਹੈ ਕਿ ਕਦੇ ਵੀ ਜੀਵਨ ਅੰਦਰ ਡੋਲਣਾ ਨਹੀਂ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਤਿਗੁਰ ਜੀ, ਤੁਸੀਂ
ਮੇਰੇ ਵਾਸਤੇ ਸੁਮੇਰ ਪਰਬਤ ਵਰਗੇ ਹੋ, ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਰਹਿਮਤ ਨਾਲ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਜਾਣਾ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰਤ ਜਨਮ ਪੁੰਨ ਮੂਆ। ਆਖਦੇ ਇਸੇ ਤਰ੍ਹਾਂ ਇਹ ਜੀਵਨ ਬਤੀਤ ਹੋਇਆ। ਇਹ ਜੀਵਨ ਜਿਹੜਾ ਸੀ ਦੁੱਖ ਤੇ ਸੁੱਖ ਵਿੱਚ ਘਿਰਿਆ ਰਿਹਾ, ਇਹਨੂੰ ਕਦੇ ਟਿਕਾ ਨਹੀਂ ਆਇਆ। ਇਹ ਹਮੇਸ਼ਾ ਭਟਕਣਾ ਵਿੱਚ ਰਿਹਾ, ਪਰ ਟਿਕਿਆ ਕਿੱਥੇ ਆ ਕੇ? ਚਰਨ ਕਮਲ ਗੁਰ ਆਸ਼ਰਮ ਦੀਆ। ਆਖਿਆ ਜਦੋਂ ਗੁਰੂ ਕੇ ਚਰਨਾਂ ਵਿੱਚ ਆ ਕੇ ਬੈਠੇ, ਸਤਿਗੁਰ ਦੀ ਬਾਣੀ ਨੇ ਟਿਕਾ ਬਖਸ਼ ਦਿੱਤਾ। ਹਜ਼ੂਰ ਦੀ ਬਾਣੀ ਨੇ ਸਥਿਰਤਾ ਬਖਸ਼ਿਸ਼ ਕੀਤੀ ਤੇ ਇਹ ਸਮਝਾਇਆ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਗ੍ਰਸਤ ਵਿੱਚ ਹੈ, ਪਰਿਵਾਰ ਵਿੱਚ ਹੈ, ਇਸ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਕਦੇ ਖੁਸ਼ੀ ਹੋਏਗੀ ਕਦੇ ਗਮੀ ਹੋਏਗੀ। ਇਹ ਸਾਰਾ ਸੰਸਾਰ ਭਾਵੇਂ ਇਸ ਅੱਗ ਵਿੱਚ ਡੁੱਬ ਜਾਏ, ਪਰ ਜਿਹੜੇ ਗੁਰੂ ਦਾ ਪੱਲਾ ਫੜ ਲੈਂਦੇ ਨੇ ਉਹ ਇਸ ਅੱਗ ਵਿੱਚ ਸੜਦੇ ਨਹੀਂ। ਅਗਨ ਸਾਗਰ ਬੂਢਤ ਸੰਸਾਰਾ। ਮਹਾਰਾਜ ਕਹਿੰਦੇ ਇਸ ਅੱਗ ਵਿੱਚ, ਇਸ ਸਾਗਰ ਵਿੱਚ ਸੰਸਾਰ ਡੁੱਬ ਰਿਹਾ ਹੈ। ਤੇ ਮਹਾਰਾਜ ਦੀ ਬਾਣੀ ਨੇ ਜਦੋਂ ਜ਼ਿਕਰ ਕੀਤਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹਜ਼ੂਰ ਆਖਦੇ ਇਹ ਚਾਰ ਤਰ੍ਹਾਂ ਦੀਆਂ ਨਦੀਆਂ ਨੇ ਅੱਗ ਦੀਆਂ। ਭਾਵੇਂ ਦੱਜੈ ਨਾਨਕਾ, ਇਹਦੇ ਵਿੱਚ ਲੋਕ ਪੈਂਦੇ ਨੇ, ਇਹਦੇ ਵਿੱਚ ਪੈਣ ਵਾਲੇ ਸੜਦੇ ਨੇ। ਕੋਈ ਹੰਸ ਵਿੱਚ, ਹਿੰਸਾ 'ਚ, ਕੋਈ ਹੇਤ ਲਗਾਅ ਵਿੱਚ, ਮੋਹ ਵਿੱਚ, ਪਕੜ ਵਿੱਚ ਲੱਗਾ ਹੋਇਆ, ਕੋਈ ਲੋਭ ਵਿੱਚ ਲੱਗਾ ਹੋਇਆ, ਕੋਈ ਕੋਪ ਵਿੱਚ, ਕ੍ਰੋਧ ਵਿੱਚ ਲੱਗਾ ਹੋਇਆ। ਮਹਾਰਾਜ ਕਹਿੰਦੇ ਇਹ ਚਾਰ ਨਦੀਆਂ ਨੇ ਅੱਗ ਦੀਆਂ। ਭਾਵੇਂ ਦੱਜੈ ਨਾਨਕਾ ਤਰੀਏ ਚਰਨੀ ਲੱਗ। ਕਿਵੇਂ ਤਰਾਂਗੇ? ਜਦੋਂ ਅਸੀਂ ਗੁਰੂ ਕੇ ਚਰਨਾਂ ਨਾਲ ਜੁੜ ਜਾਵਾਂਗੇ, ਜਦੋਂ ਅਸੀਂ ਪਿਆਰੇ ਦੇ ਚਰਨਾਂ ਨਾਲ ਲੱਗ ਜਾਵਾਂਗੇ। ਹਜ਼ੂਰ ਨੇ ਆਖਿਆ, ਅਗਨ ਸਾਗਰ ਬੂਢਤ ਸੰਸਾਰਾ। ਨਾਨਕ ਬਾਹ ਪਕੜ। ਹੇ ਨਾਨਕ, ਸਤਿਗੁਰ ਨੇ ਸਾਡੀ ਬਾਹ ਫੜ ਕੇ ਸਾਡਾ ਨਿਸਤਾਰਾ ਕੀਤਾ। ਬਾਹ ਪਕੜ ਸਤਿਗੁਰ ਨਿਸਤਾਰਾ। ਬੱਚੇ ਨੇ ਆਪਣੀ ਮਾਂ ਦੀ ਉਂਗਲ ਫੜੀ ਹੋਈ ਹੈ, ਉਹ ਜਦੋਂ ਉਂਗਲ ਫੜ ਕੇ ਇੱਥੋਂ ਤੁਰਿਆ, ਪਤਾ ਕਿ ਇਹਨੇ ਕਿਤੇ ਇੱਧਰ ਉੱਧਰ ਨਹੀਂ ਜਾਣਾ, ਉਹ ਨਾਲ ਉਂਗਲ ਫੜ ਕੇ ਤੁਰਿਆ ਗਿਆ। ਹੁਣ ਸਾਹਮਣੇ ਸੜਕ ਵਗਦੀ ਹੈ, ਇੱਧਰ ਉੱਧਰੋਂ ਸਾਧਨ ਆਉਂਦੇ ਨੇ। ਹੁਣ ਜਦੋਂ ਉਹ ਸੜਕ ਪਾਰ ਕਰਨੀ ਹੈ, ਉਸ ਵੇਲੇ ਮਾਂ ਨੇ ਆਪਣੇ ਬੱਚੇ ਕੋਲੋਂ ਉਂਗਲ ਛਡਾਈ ਤੇ ਉਹਦੀ ਘੁੱਟ ਕੇ ਬਾਂਹ ਫੜ ਲਈ। ਕਿਉਂ? ਕਿਉਂਕਿ ਚੰਚਲ ਮੱਤ ਹੈ। ਹੋ ਸਕਦਾ ਬੱਚੇ ਦਾ ਧਿਆਨ ਇੱਧਰ ਉੱਧਰ ਪਵੇ, ਉਂਗਲ ਛੱਡ ਕੇ ਸੜਕ ਤੇ ਦੌੜ ਜਾਏ। ਪਰ
ਜਿਹੜੀ ਬਾਂਹ ਮਾਂ ਨੇ ਘੁੱਟ ਕੇ ਫੜੀ ਹੋਈ ਹੈ, ਉਹਨੂੰ ਇੱਧਰ ਉੱਧਰ ਦੌੜਨ ਨਹੀਂ ਦੇਗੀ। ਸਾਡਾ ਗੁਰੂ ਨਾਲ ਐਸਾ ਨਾਤਾ ਹੈ, ਐਸੀ ਸਾਂਝ ਹੈ, ਐਸਾ ਪਿਆਰ ਹੈ, ਅਸੀਂ ਗੁਰੂ ਕੀ ਉਂਗਲ ਫੜ ਕੇ ਇਹ ਜੀਵਨ ਬਸਰ ਕਰਦੇ ਹਾਂ। ਪਰ ਜਦੋਂ ਕੋਈ ਐਸਾ ਵਕਤ ਸਾਡੇ ਜੀਵਨ ਵਿੱਚ ਆਵੇ, ਜਦੋਂ ਸਤਿਗੁਰ ਮਹਾਰਾਜ ਇਹ ਜਾਣਨ ਕਿ ਇਹ ਹੋ ਸਕਦਾ ਇਹਨਾਂ ਸੰਸਾਰਕ ਝਮੇਲਿਆਂ 'ਚ ਪੈ ਕੇ ਥਿੜਕ ਜਾਏ, ਇੱਧਰ ਉੱਧਰ ਦੌੜ ਜਾਏ, ਭੜਕ ਜਾਏ, ਉਸ ਵੇਲੇ ਉਹ ਸਾਡੀ ਬਾਂਹ ਫੜ ਲੈਂਦੇ ਨੇ, ਤਾਂ ਕਿ ਸਾਨੂੰ ਖੁਆਰੀਆਂ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਜਦੋਂ ਭੁੱਲਦੇ ਹਾਂ ਤੇ ਖੁਆਰੀ ਹੈ। ਜਿਵੇਂ ਬਾਣੀ ਵਿਸਰਦੀ ਹੈ ਤੇ ਮਹਾਰਾਜ ਨੇ ਆਖਿਆ ਜੋ ਕੋਈ ਪੱਕਾ ਰੋਗੀ ਹੈ ਨਾ, ਜਿੱਦਾਂ ਉਹ ਵਿਲਕਦਾ, ਇੱਦਾਂ ਸਾਡਾ ਆਤਮਿਕ ਜੀਵਨ ਵਿਲਕਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਵੇਂ ਕੋਈ ਪੱਕੇ ਰੋਗ ਨਾਲ ਵਿਲਕਦਾ ਹੈ, ਕਰਲਾਉਂਦਾ, ਮਹਾਰਾਜ ਕਹਿੰਦੇ ਇੱਦਾਂ ਦੀ ਹਾਲਤ ਹੁੰਦੀ ਹੈ ਸਾਡੀ। ਅਸੀਂ ਆਤਮਿਕ ਤੌਰ 'ਤੇ ਇੱਦਾਂ ਵਿਲਕਦੇ ਹਾਂ। ਕਦੋਂ? ਜਦੋਂ ਸਾਡੇ ਚੇਤੇ 'ਚੋਂ, ਜਦੋਂ ਸਾਡੇ ਧਿਆਨ 'ਚੋਂ ਗੁਰੂ ਕੀ ਬਾਣੀ ਵਿਸਰ ਜਾਂਦੀ ਹੈ। ਜਦੋਂ ਸਤਿਗੁਰ ਸਾਡੀ ਬਾਂਹ ਪਕੜਦੇ ਨੇ, ਫਿਰ ਉਹ ਸਾਨੂੰ ਕਦੇ ਅੱਧ ਵਿਚਕਾਰ ਨਹੀਂ ਛੱਡਦੇ। ਹੋ ਸਕਦਾ ਸਾਡੀ ਮਾਨਸਿਕ ਹਾਲਤ ਇੱਦਾਂ ਦੀ ਹੋਵੇ ਕਿ ਅਸੀਂ ਗੁਰੂ ਕੀ ਉਂਗਲ ਫੜ ਕੇ ਤੁਰੀਏ ਤੇ ਮਹਾਰਾਜ ਨੂੰ ਛੱਡ ਦਈਏ। ਹੁਣ ਆਖਾਂਗੇ ਜੀ ਇੱਦਾਂ ਹੋਇਆ ਤੇ ਨਹੀਂ ਕਦੇ, ਪਰ ਹਰ ਕਾਰਜ ਵਿੱਚ ਹੁੰਦਾ। ਅਸੀਂ ਬੱਚੀ ਦਾ ਵਿਆਹ ਕੀਤਾ ਤੇ ਸਭ ਤੋਂ ਪਹਿਲਾਂ ਆਸਰਾ ਲਿਆ ਸਤਿਗੁਰ ਦੀ ਬਾਣੀ ਦਾ, ਪਰ ਜਿੰਨੇ ਕੰਮ ਕੀਤੇ ਉਹ ਗੁਰਮਤਿ ਉਲਟ ਕੀਤੇ। ਅਸੀਂ ਅਗਵਾਈ ਲੈ ਕੇ ਕਿਹਦੀ ਤੁਰੇ ਸੀ? ਗੁਰੂ ਦੀ। ਅਸੀਂ ਅਰਦਾਸ ਕਾਰਜਾਂ ਦੀ ਰਾਸ ਕਰਨ ਦੀ ਕਿਹਦੇ ਚਰਨਾਂ 'ਚ ਕੀਤੀ ਸੀ? ਗੁਰੂ ਦੇ ਚਰਨਾਂ 'ਚ। ਪਰ ਬਾਅਦ ਵਿੱਚ ਜਿਹੜੇ ਕਰਮ ਕੀਤੇ ਉਹ ਕਿਹੜੇ ਕੀਤੇ? ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਨੇ। ਬਹੁਤ ਵਾਰੀ ਇੱਦਾਂ ਹੁੰਦਾ, ਬਹੁਤ ਕਾਰਜਾਂ 'ਚ ਇੱਦਾਂ ਹੁੰਦਾ ਕਿ ਅਸੀਂ ਅਗਵਾਈ ਗੁਰੂ ਕੀ ਲੈ ਕੇ ਤੁਰਦੇ ਹਾਂ, ਪਰ ਕਰਦੇ ਆਪਣੇ ਮਨ ਦੀ ਮਰਜ਼ੀਆਂ। ਸਤਿਗੁਰ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ, ਆਖਦੇ ਜਦੋਂ ਗੁਰੂ ਕੀ ਸ਼ਰਨ ਵਿੱਚ, ਗੁਰੂ ਕੇ ਆਸਰੇ 'ਤੇ ਰਹੇਗਾ, ਫਿਰ ਜਿਹੜੀਆਂ ਖੁਸ਼ੀਆਂ, ਜਿਹੜਾ ਸੁੱਖ ਤੈਨੂੰ ਗੁਰੂ ਕੇ ਚਰਨਾਂ 'ਚੋਂ ਮਿਲਣਾ, ਉਹ ਦੁਨੀਆ ਦੀਆਂ ਵਡਿਆਈਆਂ 'ਚੋਂ ਨਹੀਂ ਮਿਲਣਾ। ਇਹ ਤੇ ਚਾਰ ਲੋਕਾਂ ਦਾ ਸਮੂਹ ਹੈ ਨਾ, ਜਿਹੜੇ ਅੱਜ ਤੈਨੂੰ ਕਹਿੰਦੇ ਬੜਾ ਚੰਗਾ, ਕੀ ਪਤਾ ਕੱਲ੍ਹ ਨੂੰ ਇਹੀ ਕਹਿਣ ਇਹਦੇ ਵਰਗਾ ਮਾੜਾ ਕੋਈ ਨਹੀਂ। ਇਸ ਕਰਕੇ ਮਹਾਰਾਜ ਨੇ ਇਹ ਸਮਝਾਇਆ, ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ, ਇੱਕ ਨਾ ਚੱਲਿਆ ਨਾਲ। ਇਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਤੁਰਨ ਵਾਲਾ ਨਹੀਂ। ਇਹਨਾਂ ਨੇ ਤੈਨੂੰ ਗੁਰੂ ਕਾ ਪਰਮੇਸ਼ਰ ਦਾ ਨਾਮ ਭੁਲਾ ਦੇਣਾ ਹੈ। ਇੱਥੇ ਨਾਮ ਵਿਸਰ ਜਾਏਗਾ। ਅਗਨ ਸਾਗਰ ਬੂੜਤ ਸੰਸਾਰਾ, ਸੰਸਾਰ ਇਸ ਅੱਗ ਵਿੱਚ ਸੜ ਰਿਹਾ। ਹੁਣ ਬਾਹਰੋਂ ਜਦੋਂ ਵੇਖਿਆ ਤੇ ਲੱਗਾ ਕਿ ਬੜਾ ਸੋਹਣਾ ਚਿਹਰਾ ਮੋਹਰਾ, ਇਹ ਵੀ ਕਿਸੇ ਅੱਗ ਵਿੱਚ ਸੜ ਸਕਦਾ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਕੀਮਤੀ ਬਚਨ ਆਖਿਆ, ਕਿਜ ਨਾ ਬੁੱਝੇ
ਕਿਜ ਨਾ ਸੁਝੇ ਦੁਨੀਆ ਗੁੱਝੀ ਪਾ। ਉਹ ਕਹਿਣ ਲੱਗੇ ਤੁਸੀਂ ਬਾਹਰੋਂ ਵੇਖੋਗੇ ਤੁਹਾਨੂੰ ਲੱਗੇਗਾ ਜੀ ਵੇਖੋ ਇਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ, ਪਰ ਤੁਹਾਨੂੰ ਉਹਦੀ ਸਮਝ ਨਹੀਂ ਪੈਣੀ, ਤੁਸੀਂ ਉਹਨੂੰ ਸਮਝ ਨਹੀਂ ਸਕਦੇ। ਕਿਉਂਕਿ ਕਹਿਣ ਲੱਗੇ ਸੰਸਾਰ ਦੇ ਲੋਕ ਗੁੱਝੀ ਭਾਅ ਵਰਗੇ ਨੇ, ਉਸ ਅੱਗ ਵਰਗੇ ਨੇ ਜਿਹੜੀ ਦੱਬੀ ਹੋਈ ਹੈ, ਜਿਹੜੀ ਅੰਦਰੇ ਅੰਦਰ ਸੁਲਗਦੀ ਹੈ, ਬੜਾ ਨੁਕਸਾਨ ਕਰੇਗੀ। ਹੁਣ ਉਹਨਾਂ ਨੇ ਆਖਿਆ ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ, ਜਿਨ੍ਹਾਂ ਤੇ ਸਾਹਿਬ ਨੇ ਇਹ ਤਰਸ ਕੀਤਾ ਹੋਇਆ ਨਾ, ਬੜਾ ਸੋਹਣਾ ਜੀਵਨ ਹੈ। ਜਿਹੜੇ ਕਿਸੇ ਦੂਜੇ ਪ੍ਰਤੀ ਆਪਣੇ ਮਨ ਵਿੱਚ ਦਵੈਕ ਨਹੀਂ ਰੱਖਦੇ, ਈਰਖਾ ਨਹੀਂ ਰੱਖਦੇ, ਨਫ਼ਰਤ ਨਹੀਂ ਪਾਲਦੇ, ਉਹਨਾਂ ਵਰਗਾ ਵਡਭਾਗਾ ਕੌਣ ਹੈ। ਸਾਈਂ ਮੇਰੇ ਚੰਗਾ ਕੀਤਾ, ਕਹਿੰਦੇ ਮੇਰੇ ਸਾਈਂ ਨੇ, ਮੇਰੇ ਮਾਲਕ ਨੇ ਬੜੀ ਮਿਹਰ ਕੀਤੀ ਮੇਰੇ ਤੇ। ਨਾ ਹੀ ਤਾਂ ਹਮ ਵੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਇਸੇ ਅੱਗ ਵਿੱਚ ਸੜਨਾ ਸੀ। ਜਿਵੇਂ ਦੁਨੀਆ ਦੇ ਲੋਕ ਇਸ ਅੱਗ ਵਿੱਚ ਸੜਦੇ ਨੇ, ਮੈਂ ਵੀ ਇਸੇ ਅੱਗ 'ਚ ਸੜਨਾ ਸੀ, ਪਰ ਮੇਰੇ ਮਾਲਕ ਨੇ, ਮੇਰੇ ਸਾਈਂ ਨੇ ਬੜੀ ਮਿਹਰ ਕੀਤੀ ਮੇਰੇ ਤੇ, ਉਹਨੇ ਮੈਨੂੰ ਇਸ ਅੱਗ ਤੋਂ ਬਚਾਇਆ ਹੋਇਆ ਹੈ। ਅਗਨ ਸਾਗਰ ਬੂੜਤ ਸੰਸਾਰਾ, ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਇਹ ਸੰਸਾਰ ਇਸ ਅੱਗ 'ਚ ਸੜਦਾ, ਇਹ ਨਾਨਕ ਸਤਿਗੁਰ ਨੇ ਬਾਂਹ ਫੜ ਕੇ ਮੇਰਾ ਨਿਸਤਾਰਾ ਕੀਤਾ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਇਹ ਬਚਨ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਵਸ ਰਹੇ ਹਿਰਦੇ ਗੁਰ ਚਰਨ ਪਿਆਰੇ। ਰਹਾਓ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰਤ ਜਨਮ ਫੁਨ ਬੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਅੱਖ ਲੱਗੇ ਗੁਰੂ ਨੇ ਇਹ ਟਿਕਾ ਬਖਸ਼ਿਆ, ਜਿਹੜਾ ਸੰਸਾਰ ਇਸ ਅੱਗ ਵਿੱਚ ਸੜ ਰਿਹਾ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦਾਤ, ਬਾਣੀ ਬਾਣੇ ਦਾ ਪ੍ਰੇਮ ਬਖਸ਼ੇ। ਸਾਡੇ ਮਨ ਅੰਦਰ ਸੰਗਤ ਕਰਨ ਦਾ ਚਾਹ ਪੈਦਾ ਹੋਵੇ, ਅਸੀਂ ਗੁਰੂ ਕੀ ਸੰਗਤ ਵਿੱਚ ਆਈਏ, ਗੁਰੂ ਕੀ ਬਾਣੀ ਨਾਲ ਜੁੜੀਏ, ਤਾਂ ਕਿ ਸਾਡਾ ਜਿਹੜਾ ਜੀਵਨ ਹੈ, ਜਹਾਂ ਜਾਈਏ ਤਾਂ ਸੁਹੇਲੇ ਵਾਲੀ ਖੇਡ ਬਣ ਜਾਏ। ਕੋਟਾਨਕੋਟ ਸ਼ੁਕਰਾਨਾ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਰਬੱਤ ਸੰਗਤਾਂ ਦਾ ਗੁਰੂ ਕਿਰਪਾ ਕਰੇ। ਸ਼ਾਮ ਦੇ ਦੀਵਾਨਾਂ ਵਿੱਚ ਵੀ ਇਸੇ ਤਰ੍ਹਾਂ ਬੈਠ ਕੇ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਲਵਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਰਾਗ ਰਤਨ ਪਰਵਾਰ ਪਰੀਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਕਹੈ ਨਾਨਕ ਆਨੰਦ ਹੋਆ।
ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਅੰਗੀਕਾਰੋ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਕਹੈ ਨਾਨਕ ਮਨ ਮੇਰੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤਾਂ ਤੇਰੇ ਸਭ ਕਿਛ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਨਾਮ ਜਿਨ ਕੈ ਮਨ ਵਸਿਆ। ਕਹੈ ਨਾਨਕ ਸੱਚੇ ਸਾਹਿਬ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਸਦਾ ਕੁਰਬਾਨ ਕੀਤਾ ਗੁਰ ਵਿਟਹੁ। ਕਹੈ ਨਾਨਕ ਸੁਣੋ ਸੰਤੋ, ਸਾਚਾ ਨਾਮ ਮੇਰਾ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਲਾ ਜਿਤ ਕਰ ਪੰਚ ਦੂਤ ਤੁਧ ਵਸ ਕੀਤੇ। ਧੁਰ ਕਰਮ ਪਾਇਆ ਤੁਧ ਜਿਨ ਕੋ, ਕਹੈ ਨਾਨਕ ਤਹ ਸੁਖ ਹੋਆ। ਆਨੰਦ ਸੁਣੋ ਵਡ ਭਾਗੀ ਹੋ, ਪਾਰ ਬ੍ਰਹਮ ਪ੍ਰਭ ਪਾਇਆ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ